ਰਾਧੇ ਰਾਧੇ ਦੋਸਤੋ, ਕਿਵੇਂ ਹੋ ਤੁਸੀਂ? ਅੱਜ ਦੀ ਸਾਡੀ ਕਹਾਣੀ ਦਾ ਨਾਂ ਹੈ ਥੱਪੜ। ਸਵੇਰੇ ਦੇ 6 ਵਜੇ ਸਨ। ਮੰਜੂ ਰਸੋਈ ਵਿੱਚ ਜ਼ਮੀਨ ਝਾੜ ਰਹੀ ਸੀ। ਉਦੋਂ ਪਿੱਛੋਂ ਉਸਦਾ ਦੇਵਰ ਵਿਕੇਤ ਆਇਆ ਅਤੇ ਵੱਡੀ ਗਰਜ ਭਰੀ ਆਵਾਜ਼ ਵਿੱਚ ਮੰਜੂ ਨੂੰ ਕਿਹਾ, "ਉਹ ਭਾਬੀ, ਝਾੜੂ ਬਾਦ ਕਰ ਲੈ, ਪਹਿਲਾਂ ਮੇਰੇ ਲਈ ਚਾਹ ਬਣਾਵੇ।" ਤਾਂ ਮੰਜੂ ਨੇ ਕਿਹਾ, "ਥੋੜਾ ਰੁਕ ਜਾ ਭੈ ਜੀ, ਮੈਂ ਸਾਫ਼ ਸੁਥਰਾ ਕਰ ਰਹੀ ਹਾਂ, ਇਸ ਤੋਂ ਬਾਅਦ ਬਣਾਵਾਂਗੀ।" ਇੰਨਾ ਹੀ ਸੁਣਦੇ ਹੀ ਵਿਕੇਤ ਦਾ ਪਾਰਾ ਚੜ ਗਿਆ। ਉਹ ਗੁੱਸੇ ਵਿੱਚ ਦਹਾੜਿਆ, "ਤੂੰ ਮੈਨੂੰ ਮਨਾ ਕਰੇਗੀ? ਆਪਣੇ ਆਪ ਨੂੰ ਇਸ ਘਰ ਦੀ ਵੱਡੀ ਸਮਝ ਰਹੀ ਹੈ? ਤੇਰੀ ਜ਼ਬਾਨ ਵੀ ਚਿੱਕਣ ਲੱਗੀ ਏ, ਦੱਸਦਾ ਤੈਨੂੰ।" ਕਹਿਣ ਨਾਲ ਹੀ ਉਸਨੇ ਇੱਕ ਜ਼ੋਰ ਦਾ ਥੱਪੜ ਮੰਜੂ ਦੇ ਗਾਲ ਤੇ ਮਾਰ ਦਿੱਤਾ। ਅਚਾਨਕ ਹੋਏ ਇਸ ਹਮਲੇ ਨੂੰ ਮੰਜੂ ਸਮਝ ਹੀ ਨਹੀਂ ਪਾਈ। ਥੱਪੜ ਲੱਗ ਕੇ ਉਹ ਹੈਰਾਨ ਰਹਿ ਗਈ। ਉਸਦੀਆਂ ਅੱਖਾਂ ਭਰ ਆਈਆਂ। ਉਦੋਂ ਹੀ ਵਿਕੇਤ ਦੀ ਚੀੜ ਦੀ ਆਵਾਜ਼ ਸੁਣ ਕੇ ਉਸਦੀ ਮਾਂ ਚੰਦਾ ਜੀ ਆਪਣੇ ਕਮਰੇ ਤੋਂ ਬਾਹਰ ਆਈਆਂ ਤੇ ਕਿਹਾ, "ਠੀਕ ਕੀਤਾ ਵਿਕੇਤ, ਬਹੁਤ ਵਧੀਆ ਕੀਤਾ। ਐਸੇ ਹੀ ਉਸਨੂੰ ਔਕਾਤ 'ਚ ਰੱਖੋ। ਕੁਝ ਦਿਨਾਂ ਤੋਂ ਮੈਂ ਦੇਖ ਰਹੀ ਹਾਂ ਕਿ ਬਹੁਤ ਉੱਡਣ ਲੱਗੀ ਏ।" ਇਸ ਤੇ ਉਧਰ ਨੰਦਦ ਸੋਨਲ ਹੱਸਦਿਆਂ ਆਈ ਤੇ ਕਹਿ ਬੈਠੀ, "ਭਾਬੀ, ਲੱਗਦਾ ਖੁਦ ਨੂੰ ਇਸ ਘਰ ਦੀ ਮਹਾਰਾਣੀ ਸਮਝਣ ਲੱਗੀ ਏ। ਵਾਰੀ-ਵਾਰੀ ਭੁੱਲ ਜਾਂਦੀ ਏ ਕਿ ਅਸੀਂ ਵੀ ਇਸ ਘਰ 'ਚ ਹਾਂ।" ਤਿੰਨਾਂ ਪਾਸਿਆਂ ਤੋਂ ਮੰਜੂ ਨੂੰ ਘੇਰ ਕੇ ਇੱਕ ਤੋਂ ਇੱਕ ਤਾਣੇ ਦਿੱਤੇ ਜਾਣ ਲੱਗੇ। ਇਕੱਲੀ ਮੰਜੂ ਵਿਚਾਰੀ ਕੀ ਕਰੇ? ਕੁਝ ਵੀ ਨਹੀਂ ਬੋਲੀ, ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਉਸਦਾ ਪਤੀ ਰਵੀ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਸਨੂੰ ਕੁਝ ਦੱਸਿਆ ਵੀ ਨਹੀਂ ਗਿਆ। ਮੰਜੂ ਸੋਚਦੀ ਸੀ ਕਿ ਇੰਨਾ ਦੂਰ ਹੋ ਕੇ ਜੇ ਰਵੀ ਨੂੰ ਕੁਝ ਦੱਸਾਂ ਤਾਂ ਉਹ ਪਰੇਸ਼ਾਨ ਹੋ ਜਾਵੇਗਾ। ਰੋਜ਼-ਰੋਜ਼ ਛੋਟੀ-ਛੋਟੀ ਗੱਲਾਂ ਤੇ ਤਾਣੇ, ਝਗੜੇ, ਚਿੱਲਾਣਾ ਆਮ ਗੱਲ ਬਣ ਗਈ ਸੀ ਇਸ ਘਰ ਵਿੱਚ। ਇੱਕ ਦਿਨ ਫਿਰ ਵਿਕੇਤ ਨੇ ਮੰਜੂ ਨਾਲ ਕਿਸੇ ਛੋਟੀ ਗੱਲ ਤੇ ਬਹਿਸ ਕਰ ਲਈ ਤੇ ਗੁੱਸੇ 'ਚ ਆਵਾਜ਼ ਉੱਚੀ ਕੀਤੀ। ਮੰਜੂ ਨੂੰ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ ਤੇ ਲੱਤ ਮਾਰ ਦਿੱਤਾ ਤੇ ਫਿਰ ਉਸੇ ਢੰਗ ਨਾਲ ਚੰਦਾ ਜੀ, ਸੋਨਲ ਅਤੇ ਵਿਕੇਤ ਮਿਲ ਕੇ ਉਸਨੂੰ ਤਕੜੇ ਸ਼ਬਦਾਂ ਨਾਲ ਬੇਅਦਬੀ ਕਰਨ ਲੱਗੇ। ਪਰ ਇਸ ਵਾਰੀ ਮੰਜੂ ਨੇ ਆਪਣੇ ਨੂੰ ਰੋਕਿਆ ਨਹੀਂ। ਪਹਿਲੀ ਵਾਰੀ ਤਾਂ ਉਹ ਕੁਝ ਸਮਝ ਹੀ ਨਹੀਂ ਪਾਈ ਸੀ। ਪਰ ਜਦੋਂ ਉਸਨੂੰ ਲੱਗਾ ਕਿ ਜੇ ਮੈਂ ਇੰਜ ਹੀ ਬਰਦਾਸ਼ਤ ਕਰਦੀ ਰਵਾਂਗੀ ਤਾਂ ਮੇਰੀ ਔਕਾਤ ਇੱਥੇ ਹੀ ਰੁਕ ਜਾਵੇਗੀ, ਗੱਲ-ਗੱਲ ਤੇ ਬੱਚਿਆਂ ਵਾਂਗ ਸਖਤ ਮਾਰ ਖਾਂਦੀ ਰਵਾਂਗੀ, ਤਾਂ ਹੁਣ ਬਸ ਹੋ ਗਿਆ। ਉਸਨੇ ਫੌਰਨ ਆਪਣੇ ਪਤੀ ਨੂੰ ਫੋਨ ਕੀਤਾ ਤੇ ਕਿਹਾ, "ਰਵੀ, ਹੁਣ ਬਹੁਤ ਹੋ ਗਿਆ। ਮੈਂ ਤੈਨੂੰ ਹੁਣ ਤੱਕ ਕੋਈ ਚੀਜ਼ ਇਸ ਲਈ ਨਹੀਂ ਦੱਸ ਰਹੀ ਸੀ ਕਿ ਤੂੰ ਪਰੇਸ਼ਾਨ ਨਾ ਹੋਵੀਂ, ਪਰ ਇਹ ਚੁੱਪੀ ਮੇਰੇ ਲਈ ਕਾਲ ਬਣ ਜਾਂਦੀ ਏ। ਹੁਣ ਜਾਂ ਤਾਂ ਤੂੰ ਫੈਸਲਾ ਕਰੀਂ ਜਾਂ ਮੈਂ ਆਪਣੇ ਹਿਸਾਬ ਨਾਲ ਫੈਸਲਾ ਕਰਾਂਗੀ।" ਰਵੀ ਨੇ ਪਹਿਲਾਂ ਤਾਂ ਹੈਰਾਨੀ ਨਾਲ ਸੁਣਿਆ, ਪੁੱਛਿਆ ਤੇ ਜਦ ਮੰਜੂ ਨੇ ਸਭ ਕੁਝ ਦੱਸਿਆ, ਸਾਰੇ ਪ੍ਰੂਫ ਦਿਖਾਏ, ਮੋਬਾਈਲ ਤੇ ਰਿਕਾਰਡ ਕੀਤੀ ਵੀਡੀਓਆਂ ਤੇ ਗਾਲ ਤੇ ਲੱਗੇ ਪੁਰਾਣੇ ਨਿਸ਼ਾਨਾਂ ਦੀਆਂ ਫੋਟੋਆਂ, ਤਾਂ ਰਵੀ ਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ। ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦੀ ਪਿੱਠ ਪਿੱਛੋਂ ਉਸਦੀ ਬੀਵੀ ਨਾਲ ਇੰਨਾ ਕੁਝ ਹੋ ਰਿਹਾ ਤੇ ਉਸਨੂੰ ਕੋਈ ਖਬਰ ਨਹੀਂ। ਉਹ ਰਾਤ ਰਵੀ ਬਿਨਾਂ ਕਿਸੇ ਨੂੰ ਦੱਸੇ ਘਰ ਆ ਗਿਆ। ਅਗਲੇ ਦਿਨ ਅਚਾਨਕ ਰਵੀ ਨੂੰ ਸਾਹਮਣੇ ਦੇਖ ਕੇ ਸਾਰੇ ਹੈਰਾਨ ਰਹਿ ਗਏ। ਚੰਦਾ ਜੀ ਨੇ ਪਿਆਰ ਨਾਲ ਹੱਸ ਕੇ ਕਿਹਾ, "ਅਰੇ ਪੁੱਤ, ਤੂੰ ਅਚਾਨਕ ਆ ਗਿਆ, ਦੱਸਿਆ ਕਿਉਂ ਨਹੀਂ?" ਰਵੀ ਨੇ ਮਾਂ ਦੀ ਗੱਲ ਨਜ਼ਰਅੰਦਾਜ਼ ਕਰਦੇ ਹੋਏ ਸਿੱਧਾ ਵਿਕੇਤ ਦੀ ਸਾਹਮਣੇ ਗਿਆ ਤੇ ਕਿਹਾ, "ਵਿਕੇਤ, ਉੱਠ ਤੇ ਚੱਲ, ਮੰਜੂ ਤੋਂ ਮਾਫੀ ਮੰਗ।" ਇਸ ਤੇ ਚੰਦਾ ਜੀ बीच ਵਿੱਚ ਟਕਰਾਈ, ਕਿਉਂ ਮਾਫੀ ਮੰਗਿਆ ਹੋ? ਤੇ ਤੂੰ ਆਇਆ ਹੀ ਕਿਵੇਂ ਗੱਲਾਂ ਕਰਨ ਲੱਗਿਆ? ਪਹਿਲਾਂ ਤੂੰ ਇੰਜ ਨਹੀਂ ਸੀ, ਲੱਗਦਾ ਹੁਣ ਤੂੰ ਆਪਣੀ ਵਾਈਫ ਦਾ ਗੁਲਾਮ ਬਣ ਗਿਆ। ਮਾਂ ਦੀਆਂ ਗੱਲਾਂ ਸੁਣ ਕੇ ਰਵੀ ਗੁੱਸੇ ਵਿੱਚ ਬੋਲਿਆ, "ਮਾਂ, ਬਹੂ ਨਨੋ ਬਹੂ ਨਹੀਂ, ਬਹੂ ਨੌਕਰ ਨਹੀਂ ਹੁੰਦੀ ਤੇ ਥੱਪੜ ਖਾਣਾ ਉਸਦੀ ਕਿਸਮਤ ਨਹੀਂ। ਇਹ ਤੁਹਾਡੀ ਸੋਚ ਹੀ ਗੰਦੀ ਏ। ਕਿਸੇ ਨੂੰ ਕੋਈ ਹੱਕ ਨਹੀਂ ਮੇਰੀ ਪਤਨੀ ਤੇ ਹੱਥ ਉਠਾਉਣ ਦਾ। ਮੈਂ ਇਹ ਹੱਕ ਕਿਸੇ ਨੂੰ ਨਹੀਂ ਦਿੱਤਾ।" ਤਦ ਵਿਕੇਤ ਬੋਲ ਪਿਆ, "ਭੈ ਜੀ, ਤੁਸੀਂ ਭਾਬੀ ਦੀ ਵਜ੍ਹਾ ਸਾਨੂੰ ਇਸ ਤਰ੍ਹਾਂ..." ਰਵੀ ਨੇ ਕਿਹਾ, "ਤੂੰ ਜੇ ਮੇਰਾ ਭਰਾ ਏ ਤਾਂ ਉਹ ਮੇਰੀ ਪਤਨੀ ਏ। ਤੂੰ ਮੇਰਾ ਭਰਾ ਹੋਣ ਤੋਂ ਪਹਿਲਾਂ ਇਨਸਾਨ ਬਣ। ਮੇਰੀ ਬੀਵੀ ਨੂੰ ਮਾਰਨਾ ਤੈਨੂੰ ਕੁਝ ਸ਼ਰਮ ਨਹੀਂ ਆਈ? ਭਾਬੀ ਮਾਂ ਵਾਂਗ ਹੁੰਦੀ ਏ। ਇੱਜ਼ਤ ਦੇਣ ਦੀ ਗੱਲ ਤਾਂ ਦੂਰ, ਤੁਸੀਂ ਲੋਕ ਉਸਨੂੰ ਇਨਸਾਨ ਵੀ ਨਹੀਂ ਸਮਝਦੇ।" ਰਵੀ ਲਗਾਤਾਰ ਬੋਲਦਾ ਗਿਆ। ਮੰਜੂ ਚੁੱਪਚਾਪ ਖੜੀ ਸੀ। ਰਵੀ ਨੇ ਸਭ ਦੇ ਸਾਹਮਣੇ ਕਿਹਾ, "ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਮੰਜੂ ਤੇ ਹੱਥ ਲਾਇਆ ਜਾਂ ਉਸਨੂੰ ਕੁਝ ਵੀ ਕਿਹਾ ਤਾਂ ਸਾਡੇ ਤੋਂ ਵੱਡਾ ਨੁਕਸਾਨ ਕਿਸੇ ਨੂੰ ਨਹੀਂ ਹੋਵੇਗਾ।" ਵਿਕੇਤ ਸਿਰ ਝੁਕਾ ਕੇ ਖੜਾ ਰਹਿ ਗਿਆ। ਫਿਰ ਰਵੀ ਮਾਂ ਵੱਲ ਮੁੜਦਿਆਂ ਬੋਲਿਆ, "ਮਾਂ, ਤੁਸੀਂ ਵੀ ਵਿਕੇਤ ਦੀਆਂ ਇਨ੍ਹਾਂ ਘਟੀਆ ਹਰਕਤਾਂ ਵਿੱਚ ਉਸਦਾ ਸਾਥ ਦਿੱਤਾ। ਉਸਨੂੰ ਰੋਕਣ ਦੀ ਥਾਂ, ਉਸਨੂੰ ਸਮਝਾਉਣ ਦੀ ਥਾਂ ਤੁਸੀਂ ਉਸਦਾ ਹੀ ਸਹਾਰਾ ਬਣ ਗਏ। ਜਦ ਮੈਂ ਇੱਥੇ ਨਹੀਂ ਸੀ ਤਾਂ ਪੂਰੀ ਜ਼ਿੰਮੇਵਾਰੀ ਤੁਹਾਡੀ ਬਣਦੀ ਸੀ ਮੰਜੂ ਦਾ ਧਿਆਨ ਰੱਖਣ ਦੀ, ਪਰ ਤੁਸੀਂ ਤਾਂ ਉਸਨੂੰ ਇਸ ਘਰ ਦੀ ਨੌਕਰਾਨੀ ਬਣਾ ਕੇ ਛੱਡ ਦਿੱਤਾ, ਜੋ ਮੁਫਤ ਵਿੱਚ ਸਾਰਾ ਦਿਨ ਕੰਮ ਕਰਦੀ ਰਹੇ ਤੇ ਤੁਹਾਡੇ ਸਭ ਦੇ ਹੱਥੋਂ ਮਾਰ ਖਾਂਦੀ ਰਹੇ। ਹਰ ਰੋਜ਼ ਤਾਨੇ, ਹਰ ਰੋਜ਼ ਬੇਇੱਜ਼ਤੀ। ਫਿਰ ਵੀ ਮੰਜੂ ਨੇ ਕਦੇ ਵੀ ਸਾਡੀ ਕੋਈ ਸ਼ਿਕਾਇਤ ਨਹੀਂ ਕੀਤੀ। ਪਰ ਉਹ ਵੀ ਕਿੱਥੋਂ ਤੱਕ ਸਹਿੰਦੀ? ਉਸਨੇ ਠੇਕਾ ਨਹੀਂ ਲਿਆ ਘਰ ਚਲਾਉਣ ਦਾ, ਨਾ ਹੀ ਇੱਜ਼ਤ ਬਚਾਉਣ ਦਾ।" ਰਵੀ ਗੁੱਸੇ ਵਿੱਚ ਲਗਾਤਾਰ ਬੋਲਦਾ ਗਿਆ। ਚੰਦਾ ਜੀ ਚੁੱਪਚਾਪ ਨੀਵੇਂ ਮੂੰਹ ਕਰਕੇ ਸੁਣਦੀਆਂ ਰਹੀਆਂ ਅਤੇ ਹੌਲੀ-ਹੌਲੀ ਬੁੜਬੁੜਾਈਆਂ, "ਹਾਂ ਪੁੱਤ, ਹੁਣ ਤਾਂ ਤੇਰੇ ਲਈ ਤੇਰੀ ਬਹੂ ਹੀ ਸਭ ਕੁਝ ਹੈ, ਬਾਕੀ ਅਸੀਂ ਤਾਂ ਗਲਤ ਹੀ ਹਾਂ ਇਸ ਘਰ ਵਿੱਚ।" ਮਾਂ ਦੀਆਂ ਗੱਲਾਂ ਸੁਣ ਕੇ ਮੰਜੂ ਪਹਿਲੀ ਵਾਰੀ ਬੋਲੀ, "ਮਾਂ ਜੀ, ਮੈਂ ਕਦੇ ਵੀ ਰਵੀ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਹੁਣ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਤੁਸੀਂ ਹਮੇਸ਼ਾ ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਸਮਝਿਆ।" ਇਸੇ ਵੇਲੇ ਰਵੀ ਨੇ ਸੋਨਲ ਵੱਲ ਦੇਖ ਕੇ ਕਿਹਾ, "ਤੇ ਸੋਨਲ,
ਤੇਰੇ ਵੀ ਪਰ ਨਿਕਲ ਆਏ ਨੇ। ਬਹੁਤ ਵੱਡੀ ਹੋ ਗਈ ਹੈ ਤੂੰ, ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਈ। ਤਾਂ ਇੱਕ ਕੰਮ ਕਰਦਾ, ਜਿੰਨੀ ਜਲਦੀ ਹੋ ਸਕੇ ਤੇਰੀ ਵਿਆਹ ਕਰਵਾ ਕੇ ਤੈਨੂੰ ਇੱਥੋਂ ਰਫਾ-ਦਫਾ ਕਰ ਦੇਵਾਂ ਤੇ ਆਪਣੀ ਸਮਝਦਾਰੀ ਆਪਣੀ ਸਸੁਰਾਲ ਵਿੱਚ ਦਿਖਾਈ। ਰਵੀ ਦਾ ਗੁੱਸਾ ਵੇਖ ਕੇ ਸਭ ਡਰ ਗਏ। ਸੋਨਲ ਤਾਂ ਰੋਣ ਲੱਗ ਪਈ। ਵਿਕੇਤ ਹਲੀ ਆਵਾਜ਼ ਵਿੱਚ ਕਹਿਣ ਲੱਗਾ, ਭਾਬੀ ਮਾਫ ਕਰ ਦਿਓ, ਗਲਤੀ ਹੋ ਗਈ ਸਾਡੇ ਤੋਂ। ਰਵੀ ਨੇ ਤੁਰੰਤ ਕਿਹਾ, ਗਲਤੀ ਨਹੀਂ ਵਿਕੇਤ, ਤੂੰ ਗੁਨਾਹ ਕੀਤਾ ਹੈ ਤੇ ਗੁਨਾਹ ਦੀ ਕਦੇ ਮਾਫੀ ਨਹੀਂ ਹੁੰਦੀ। ਤੇ ਸੁਣ ਲੈ, ਅੱਜ ਤੋਂ ਮੰਜੂ ਜੋ ਕਹੇਗੀ ਉਹੀ ਹੋਵੇਗਾ ਇਸ ਘਰ ਵਿੱਚ। ਮੈਂ ਜੋ ਵੀ ਪੈਸਾ ਭੇਜਾਂਗਾ ਉਹ ਮੰਜੂ ਦੇ ਹੱਥ ਵਿੱਚ ਹੀ ਹੋਵੇਗਾ। ਜਿਸ ਨੂੰ ਵੀ ਕੁਝ ਲੋੜ ਹੋਵੇਗੀ ਉਹ ਮੰਜੂ ਤੋਂ ਮੰਗੇਗਾ ਅਤੇ ਫਿਰ ਉਸ ਨੂੰ ਹਿਸਾਬ ਵੀ ਦੇਣਾ ਪਵੇਗਾ। ਬੋਲੋ, ਸਭ ਨੂੰ ਮਨਜ਼ੂਰ ਹੈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਇਸ ਘਰ ਤੋਂ ਸਦਾ ਲਈ ਚਲੇ ਜਾਵਾਂਗੇ। ਅਤੇ ਯਾਦ ਰੱਖੋ, ਅੱਜ ਤੋਂ ਬਾਅਦ ਮੈਂ ਇਸ ਘਰ ਦਾ ਖਰਚਾ ਵੀ ਨਹੀਂ ਭੇਜਾਂਗਾ। ਮੇਰੀ ਹੀ ਕਮਾਈ ਖਾ ਕੇ ਮੇਰੀ ਹੀ ਪਤਨੀ ਤੇ ਰੌਬ ਦਿਖਾਉਂਦੇ ਹੋ ਤੁਸੀਂ। ਰਵੀ ਦਾ ਫੈਸਲਾ ਸੁਣ ਕੇ ਚੰਦਾ ਜੀ ਚੁੱਪ ਹੋ ਗਈਆਂ। ਸੋਨਲ ਮਾਂ ਦੇ ਪਿੱਛੇ ਚੁੱਪ ਗਈ। ਵਿਕੇਤ ਸਿਰ ਛੁਪਾ ਕੇ ਖੜਾ ਰਿਹਾ। ਇਸ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਕਦੇ ਵੀ ਮੰਜੂ ਨੂੰ ਉਲਟ ਜਵਾਬ ਦੇਵੇ। ਕੀ ਘਰ ਦੀ ਇੱਜ਼ਤ ਚੁੱਪ ਰਹਿ ਕੇ ਹੀ ਬਚਾਈ ਜਾ ਸਕਦੀ ਹੈ? ਦੋਸਤੋ, ਆਸ ਕਰਦੇ ਹਾਂ ਕਿ ਅੱਜ ਦੀ ਸਾਡੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ। ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਸ ਕਹਾਣੀ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਣਾਮ।